मैं ज्योति पोपली सरकारी सीनियर सैकेंडरी स्कूल खुशहाल सिंह वाला विखे बतौर साइंस मिस्ट्रेस तैनात हाँ। ਅੱਜ मैं ਤੁਹਾਨੂੰ 8वीं जमात ਦਾ 17ਵਾਂ ਪਾਠ ਤਾਰੇ ਅਤੇ ਸੂਰਜੀ ਪਰਿਵਾਰ ਵਿੱਚ ਤਾਰਾ ਮੰਡਲ ਦਾ ਟੌਪਿਕ ਕਰਵਾਉਂਗੀ। ਦੇਖੋ ਆਪਾਂ ਸਾਰੇ ਜਦੋਂ ਰਾਤ ਨੂੰ ਆਸਮਾਨ ਦੇਖਦੇ ਹਾਂ ਤਾਂ ਸਾਨੂੰ ਆਸਮਾਨ ਵਿੱਚ ਕੀ ਦਿਖਾਈ ਦਿੰਦਾ ਹੈ? ਹਾਂਜੀ ਦੱਸੋ ਕੀ ਦਿਖਾਈ ਦਿੰਦਾ ਹੈ? ਚੰਨ ਅਤੇ ਤਾਰੇ। ਔਰ ਉਹ ਤਾਰੇ ਕੀ ਕਰਦੇ ਹਨ? ਟਿਮਟਿਮਾਉਂਦੇ ਹਨ। ਦੇਖੋ ਜਦੋਂ ਅਸੀਂ ਰਾਤ ਨੂੰ ਤਾਰੇ ਦੇਖਦੇ ਹਾਂ ਨਾ ਸਾਨੂੰ ਇਸ ਤਰ੍ਹਾਂ ਲਗਾਤਾਰ ਤਾਰੇ ਜਿਹੜੇ ਆ ਟਿਮਟਿਮਾਉਂਦੇ ਹੋਏ ਨਜ਼ਰ ਆਉਂਦੇ ਹਨ। ਦੇਖੋ ਜਦੋਂ ਅਸੀਂ ਰੈਗੂਲਰ ਰੋਜ਼ ਰਾਤ ਨੂੰ ਉਸੇ ਟਾਈਮ ਤੇ ਮੰਨ ਲਓ ਰਾਤ ਨੂੰ 9 ਤੋਂ 9 ਦੇ ਵਿੱਚ ਅਸੀਂ ਰਾਤ ਨੂੰ ਦੇਖਦੇ ਹਾਂ ਆਸਮਾਨ ਵਿੱਚ ਸਾਨੂੰ ਇਸ ਤਰ੍ਹਾਂ ਪ੍ਰਤੀਤ ਹੁੰਦਾ ਜਿਵੇਂ ਕੁਝ ਤਾਰੇ ਐਵੇਂ ਦੇ ਹੈ ਜਿਨ੍ਹਾਂ ਨੂੰ ਅਸੀਂ ਜੇ ਇਮੇਜਿਨਰੀ ਲਾਈਨਸ ਨਾਲ ਇਸ ਤਰ੍ਹਾਂ ਮਿਲਾਈਏ ਤਾਂ ਉਹਨਾਂ ਦੀਆਂ ਸ਼ਕਲਾਂ ਬਣਦੀਆਂ ਹਨ। ਕਦੀ ਨੋਟ ਕੀਤੀ ਹੈ ਤੁਸੀਂ ਇਹ ਗੱਲ? ਜਦੋਂ ਅਸੀਂ ਰਾਤ ਨੂੰ ਰੈਗੂਲਰ ਕੁਝ ਤਾਰਿਆਂ ਨੂੰ ਦੇਖੀਏ ਤਾਂ ਸਾਨੂੰ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਉਹਨਾਂ ਦੇ ਗਰੁੱਪਸ ਬਣੇ ਹੋਏ ਹਨ ਔਰ ਉਹਨਾਂ ਗਰੁੱਪਸ ਉਹਨਾਂ ਸਮੂਹ ਤਾਰਿਆਂ ਦੇ ਸਮੂਹ ਵਿੱਚ ਕੁਝ ਪਛਾਣੀਆਂ ਹੋਈਆਂ ਸ਼ਕਲਾਂ ਦਿਖਾਈ ਦਿੰਦੀਆਂ। ਹਾਂਜੀ ਇਹ ਜਿਹੜੀਆਂ ਪਛਾਣੀਆਂ ਹੋਈਆਂ ਸ਼ਕਲਾਂ ਹੁੰਦੀਆਂ ਹਨ ਜਿਹੜੀਆਂ ਤਾਰਾਂ ਦੇ ਸਮੂਹ ਦੇ ਨਾਲ ਬਣਦੀਆਂ ਹਨ ਉਹਨਾਂ ਨੂੰ ਤਾਰਾ ਮੰਡਲ ਜਾਂ ਕਨਸਟੀਲੇਸ਼ਨ ਕਿਹਾ ਜਾਂਦਾ ਹੈ। ਜਿਵੇਂ ਅਸੀਂ ਇਸ ਵਿੱਚ ਜੇ ਕੋਸ਼ਿਸ਼ ਕਰੀਏ ਤਾਂ ਸਾਨੂੰ ਕੁਝ ਸ਼ਕਲਾਂ ਦਿਖਾਈ ਦੇਣਗੀਆਂ। ਅਸੀਂ ਉਹਨਾਂ ਤਾਰਿਆਂ ਦੇ ਸਮੂਹ ਵਿੱਚ ਜਿਹੜੇ ਤਾਰੇ ਉਹਨਾਂ ਵਿੱਚ ਜੇ ਇਮੇਜਿਨਰੀ ਲਾਈਨਸ ਬਣਾ ਕੇ ਜੋੜੀਏ ਤਾਂ ਸਾਨੂੰ ਪਛਾਣੀਆਂ ਹੋਈਆਂ ਸ਼ਕਲਾਂ ਦਿਸਦੀਆਂ ਹਨ। ਜਿਵੇਂ ਕਿ ਆਹ ਦੇਖੋ ਜਿਵੇਂ ਆ ਬਹੁਤ ਸਾਰੇ ਤਾਰੇ ਹਨ ਇਹਨਾਂ ਵਿੱਚ ਆ ਇੱਕ ਸਮੂਹ ਬਣਿਆ ਹੋਇਆ ਹੈ। ਇਹਨਾਂ ਤਾਰਿਆਂ ਦੇ ਸਮੂਹ ਦੇ ਵਿੱਚ ਅਸੀਂ ਆ ਲਾਈਨਾਂ ਲਾ ਕੇ ਦੇਖਦੇ ਹਾਂ। ਦੇਖੋ ਇਹ ਇਮੇਜਿਨਰੀ ਹੈ, ਇਹ ਕਾਲਪਨਿਕ ਹੈ, ਅਸੀਂ ਸੋਚੀਆਂ ਹੋਈਆਂ ਕਿ ਇਸ ਤਰ੍ਹਾਂ ਵਿੱਚ ਲਾਈਨਾਂ ਹੈ। ਔਰ ਆ ਜਿਹੜਾ ਸਮੂਹ ਸਾਨੂੰ ਰੋਜ਼ ਦਿਖਾਈ ਦਿੰਦਾ ਹੈ। ਹੁਣ ਜਿਵੇਂ ਗਰਮੀਆਂ 'ਚ ਜਦੋਂ ਸੂਰਜ ਢਲ ਜਾਂਦਾ ਹੈ ਰਾਤ ਹੋਣੀ ਸ਼ੁਰੂ ਹੋ ਜਾਂਦੀ ਹੈ 8 ਵਜੇ ਦੇ ਕਰੀਬ 8 8:30 ਦੇ ਕਰੀਬ ਤਾਂ ਸਾਨੂੰ ਇਹ ਇਸ ਤਰ੍ਹਾਂ ਦਾ ਸਮੂਹ ਜਿਹੜਾ ਰੋਜ਼ ਦਿਖਾਈ ਦਿੰਦਾ ਹੈ। ਹਾਂਜੀ ਤਾਂ ਜਿਹੜੀਆਂ ਪਛਾਣੀਆਂ ਹੋਈਆਂ ਸ਼ਕਲਾਂ ਹਨ ਤਾਰਿਆਂ ਦੇ ਸਮੂਹ ਨੂੰ ਉਹਨੂੰ ਕੀ ਕਹਿੰਦੇ ਹਨ? ਤਾਰਾ ਮੰਡਲ। ਹੁਣ ਦੇਖੋ ਜਿਹੜੇ ਪੁਰਾਣੇ ਲੋਕ ਸੀ ਉਹ ਇਹਨਾਂ ਤਾਰਿਆਂ ਨੂੰ ਵੇਖ ਕੇ ਯਾਤਰਾਵਾਂ ਕਰਦੇ ਸਨ ਤਾਂ ਉਹਨਾਂ ਨੇ ਜਿਹੜੀਆਂ ਉਹਨਾਂ ਨੂੰ ਵਸਤੂਆਂ ਪਤਾ ਸੀ ਉਹਨਾਂ ਦੇ ਅਕੋਰਡਿੰਗ ਹੀ ਉਹਨਾਂ ਨੇ ਇਹਨਾਂ ਸ਼ਕਲਾਂ ਦੇ ਨਾਮ ਰੱਖੇ। ਹੁਣ ਇਸ ਸਮੂਹ ਦਾ ਨਾਮ ਹੈ ਉਰਸਾ ਮੇਜਰ ਔਰ ਇਹਦੀ ਕੁਆਲਿਟੀ ਹੈ ਕਿ ਜਿਹੜਾ ਉਰਸਾ ਮੇਜਰ ਹੈ ਇਸ ਵਿੱਚ 7 ਤਾਰੇ ਹਨ। ਦੇਖੋ 1 2 3 4 5 6 7 ਤਾਰੇ ਹਨ ਇਸ ਵਿੱਚ। ਔਰ ਇਹ ਜਿਹੜਾ ਸਭ ਤੋਂ ਐਂਡ ਵਾਲਾ ਤਾਰਾ ਹੈ ਜੇ ਇਸ ਲਾਈਨ ਨੂੰ ਅਸੀਂ ਇਮੇਜਿਨਰੀ ਲਾਈਨ ਨੂੰ ਅੱਗੇ ਵਧਾਈਏ ਤਾਂ ਅਸੀਂ ਦੇਖਾਂਗੇ ਕਿ ਇਹ ਹਮੇਸ਼ਾ ਇਸ ਤਾਰੇ ਵੱਲ ਪੁਆਇੰਟ ਕਰਦੀ ਹੈ। ਇਹ ਤਾਰਾ ਕੀ ਹੈ? ਧਰੁਵ ਤਾਰਾ। ਇਹ ਜਿਹੜਾ ਧਰੁਵ ਤਾਰਾ ਹੈ ਇਹ ਨਾਰਥ ਵੱਲ ਹੈ, ਉੱਤਰ ਦਿਸ਼ਾ ਵਿੱਚ ਹੈ। ਜਦੋਂ ਪੁਰਾਣੇ ਲੋਕ ਜਿਹੜੇ ਬਹੁਤ ਲੰਬੀਆਂ ਯਾਤਰਾਵਾਂ ਕਰਦੇ ਸਨ ਤਾਂ ਉਹ ਉੱਤਰ ਦਿਸ਼ਾ ਭਾਲਣ ਵਾਸਤੇ ਇਸੇ ਤਰ੍ਹਾਂ ਤਾਰਿਆਂ ਦੇ ਸਮੂਹ ਦੀ ਭਾਲ ਕਰਦੇ ਸਨ ਅਤੇ ਇਹਨਾਂ ਤਾਰਿਆਂ ਦੇ ਸਮੂਹ ਤੋਂ ਉਹਨਾਂ ਨੂੰ ਦਿਸ਼ਾ ਦਾ ਪਤਾ ਲੱਗਦਾ ਸੀ ਕਿ ਇਸ ਦਿਸ਼ਾ ਵੱਲ ਹੈ ਉੱਤਰ ਦਿਸ਼ਾ। ਇਸ ਧਰੁਵ ਤਾਰੇ ਨੂੰ ਨਾਰਥ ਸਟਾਰ ਵੀ ਕਿਹਾ ਜਾਂਦਾ ਹੈ, ਉੱਤਰੀ ਤਾਰਾ ਵੀ ਕਿਹਾ ਜਾਂਦਾ ਹੈ। ਇਸ ਕਨਸਟੀਲੇਸ਼ਨ ਦਾ ਨਾਮ ਹੈ ਉਰਸਾ ਮੇਜਰ। ਅਸੀਂ ਤਾਰਾ ਮੰਡਲ ਉਰਸਾ ਮੇਜਰ ਦੀ ਡਾਇਗਰਾਮ ਡਰਾ ਕਰਦੇ ਹਾਂ। ਇਸ ਦੀ ਆਕ੍ਰਿਤੀ ਕੜਛੀ ਵਾਂਗ ਹੈ। ਇਸ ਦੇ ਇਸ हैंडल ते 3 तारे हैं।
ਤਾਰੇ ਹਨ 1 2 3 4 5 6 ਅਤੇ 7। इस तरह की आकृति है इसकी। इसका नाम बिग डिपर भी है, कड़छी वांग होने करके इसका नाम बिग डिपर भी है। और इसकी आकृति बहुत वड्डे एक भालू नाल भी मिलती है, इसलिए इसका नाम ग्रेट बियर भी है। इसका एक होर प्रमुख नाम है जिसनों कहा जाता है सप्त ऋषि। इस विच 7 तारे हन और 7 तारियां नूं मन्निया जाता है कि ये साडे बहुत ही मन्ने हुए ऋषि है, 7 ऋषि है जिन्हां ने सानू वेद शास्त्रां दा ज्ञान दिता सी। ये उन्हां 7 ऋषियां नूं दर्शाउंदे हन, इसलिए इसका नाम सप्त ऋषि भी है। इस तरह उर्सा मेजर कॉन्स्टिलेशन जिहड़ा है उसके के नाम हन बिग डिपर, ग्रेट बियर अते सप्त ऋषि। इसकी शक्ल एक लैडर वर्गी है, कड़छी वर्गी है, जिस विच चम्मच विच 4 तारे हन अते इसदी कड़छी दे बाही विच 3 तारे हन। इस तरह कुल 7 तारे हन अते यह साडे प्रमुख ऋषियां नूं भी दर्शाउंदे हन, 7 ऋषियां नूं, इस करके इसका नाम सप्त ऋषि भी है। हुण देखो आसमान विच जदों असीं रोज रोज देखांगे तां सानूं की पता लगेगा कि जिहड़ा ये तारा मंडल है इसकी शक्ल यही रहिंदी है, कुछ घंटिया बाद भी यही शक्ल रहिंदी है, होर 2-3 घंटिया बाद भी यही शक्ल रहिंदी है, पर स्थिति विच अंतर आ जाता है। ये आसमान विच पूरब तो पश्चिम वाले साइड जांदा होया सानू नजर आउंदा है। जिवें कि असीं दिने देखदे हां सूरज जिहड़ा पूरब च उगदा है अते पश्चिम विच जाके अस्त हो जाता है। वो क्यों हुंदा है? साडी धरती जिहड़ी घूम रही है, इसी तरह साडी धरती घूम रही है और सानू लगदा है कि यह पूरब तो पश्चिम वाल जिहड़ा घूमदा पिया है। जिवें कि मैं तुहानू पहला दस्सिया कि जिहड़ा सप्त ऋषि है उस दे विच जिहड़ा सब तो अगला तारा है उसदी कौली विच ओह तारा किधर पॉइंट करेगा? ध्रुव तारे वाल। यह तारा हमेशा ध्रुव तारे वाल पॉइंट करेगा। जदों इसकी स्थिति बदलती है, बार बार इसकी स्थिति बदलती रहती है, तो उदों भी असीं यही नोट करांगे कि इसका जिहड़ा सब तो अगे वाला तारा है वो हमेशा ध्रुव तारे वाल पॉइंट करेगा। जिस तरह की जदों असीं एक बार सप्त ऋषि तारा मंडल देखिया तो सानू मान लो उसकी स्थिति यह विखाई दिंदी है। हुण कुछ घंटे बाद या 1 घंटे बाद जे असीं दोबारा फिर देखांगे आसमान विच तां सानू उसे स्थिति दे तारा मंडल नहीं दिखाई देगा, क्योंकि ये तारा मंडल जिहड़ा अपनी स्थिति जिहड़ी है लगातार चेंज करदा जा रहा है। क्यों? क्योंकि साडी धरती घूमदी है। जिस तरह जदों सूरज जिहड़ा है सूरज पूरब च उगदा होया ते पश्चिम च डुबदा होया प्रतीत हुंदा है। क्यों? क्योंकि साडी धरती घूमदी है। इसे तरह ही तारियां दी स्थिति भी सानू निरंतर बदलती हुई नजर आउंदी है।
ਹੁਣ ਜਦੋਂ ਅਸੀਂ ਥੋੜੀ ਦੇਰ ਬਾਅਦ ਇਸ ਦੀ ਸਥਿਤੀ ਨੋਟ ਕਰਾਂਗੇ ਤਾਂ ਸਾਨੂੰ ਕੀ ਪਤਾ ਲੱਗੇਗਾ ਕਿ ਇਹ ਤਾਰਾ ਮੰਡਲ ਹੁਣ ਇਸ ਜਗ੍ਹਾ ਤੇ ਨਹੀਂ ਹੈ। ਇਸ ਤਾਰਾ ਮੰਡਲ ਨੇ ਆਪਣੀ ਸਥਿਤੀ ਬਦਲ ਲਈ ਹੈ ਅਤੇ ਇਸ ਦੀ ਨਵੀਂ ਸਥਿਤੀ ਹੁਣ ਇਸ ਤਰ੍ਹਾਂ ਹੋ ਗਈ ਹੈ। ਹੁਣ ਫਿਰ ਅਸੀਂ ਅੱਧੇ ਕੁ ਘੰਟੇ ਬਾਅਦ ਫਿਰ ਸਥਿਤੀ ਇਹਦੀ ਨੋਟ ਕਰਨ ਦੀ ਕੋਸ਼ਿਸ਼ ਕੀਤੀ। ਸਾਨੂੰ ਕੀ ਪਤਾ ਲੱਗਾ ਕਿ ਇਸਨੇ ਫਿਰ ਆਪਣੀ ਸਥਿਤੀ ਚੇਂਜ ਕਰ ਲਈ ਸੀ। ਹੁਣ ਇਹ ਕਿਸ ਸਥਿਤੀ ਤੇ ਪਹੁੰਚ ਚੁੱਕਾ ਸੀ, ਇਸ ਤਰ੍ਹਾਂ। इस तरह लगातार इसकी स्थिति बदलती जा रही है पर इसकी शक्ल नहीं बदल रही। ਅਸੀਂ ਇਸ ਨੂੰ ਚੰਗੀ ਤਰ੍ਹਾਂ ਪਛਾਣ ਸਕਦੇ ਹਾਂ ਕਿ ਇਹ ਸਪਤਰਿਸ਼ੀ ਤਾਰਾ ਮੰਡਲ ਹੀ ਹੈ। ਫਿਰ ਥੋੜੀ ਦੇਰ ਬਾਅਦ ਅਸੀਂ ਫਿਰ ਨੋਟ ਕੀਤਾ, ਫਿਰ ਇਸ ਦੀ ਸਥਿਤੀ ਬਦਲ ਚੁੱਕੀ ਸੀ ਔਰ ਹੁਣ ਇਸ ਦੀ ਸਥਿਤੀ ਕੀ ਮਿਲੀ ਸਾਨੂੰ, ਇਸ ਤਰ੍ਹਾਂ ਦੇਖੋ। इस तरह लगातार अपनी स्थितियां जड़ियां है वो बदलता जा रहा है। जिस तरह कि मेरे हाथ में एक कड़छी है, इसकी पोजीशन जे पहला इस तरह सी तां थोड़ी देर बाद इसकी पोजीशन ए हो गई, उस तो बाद इस तरह हो गई, इस तो बाद फिर इस तरह हो गई। इस तरह ये लगातार अपनी पोजीशन इस तरह चेंज करता जाता है। ਤੁਸੀਂ ਦੇਖ ਸਕਦੇ ਹੋ ਇਸੇ ਪੋਜੀਸ਼ਨ 'ਚ ਤਾਰਾ ਮੰਡਲ ਜਿਹੜਾ ਹੈ ਉਹ ਅਸਮਾਨ ਵਿੱਚ ਘੁੰਮਦਾ ਹੈ। ਹੁਣ ਇਸ ਦੀ ਇਸ ਪੋਜੀਸ਼ਨ ਨੂੰ ਸਟੱਡੀ ਕਰਨ ਤੋਂ ਬਾਅਦ ਅਸੀਂ ਕੀ ਦੇਖਿਆ, ਅਸੀਂ ਇੱਕ ਹੋਰ ਪੁਆਇੰਟ ਨੋਟ ਕੀਤਾ ਕਿ ਜਿਹੜਾ ਇਸ ਦਾ ਆ ਕੋਲੀ ਹੈ, ਇਸ ਦੀ ਸਭ ਤੋਂ ਅੱਗੇ ਵਾਲਾ ਜਿਹੜਾ ਤਾਰਾ ਹੈ ਉਹ ਤਾਰਾ ਜਿਹੜਾ ਹਮੇਸ਼ਾ ਧਰੁਵ ਤਾਰੇ ਵੱਲ ਹੀ ਪੁਆਇੰਟ ਕਰਦਾ ਹੈ। ਦੇਖੋ ਜਿਵੇਂ ਅਸੀਂ ਇਸ ਰੇਖਾ ਨੂੰ ਅੱਗੇ ਲੈ ਕੇ ਆਈਏ ਤਾਂ ਇਹ ਰੇਖਾ ਜਿਹੜੀ ਹੈ ਇੱਥੇ ਆ ਕੇ ਇੱਕ ਤਾਰੇ ਤੇ ਰੁਕ ਜਾਂਦੀ ਹੈ। ਇਧਰੋਂ ਇਸ ਦੀ ਰੇਖਾ ਵੀ, ਇਸ ਦੀ ਰੇਖਾ ਵੀ, ਇਸ ਦੀ ਰੇਖਾ ਵੀ। ਤੁਸੀਂ ਦੇਖ ਸਕਦੇ ਹੋ ਸਾਰੇ ਤਾਰਾ ਮੰਡਲਾਂ ਦੀਆਂ ਜਿਹੜੀਆਂ ਪਹਿਲਾ ਤਾਰਾ ਹੈ ਉਹ ਸਾਰਾ ਤਾਰਾ ਜਿਹੜਾ ਹੈ ਇਹਨਾਂ ਵੱਲ ਪੁਆਇੰਟ ਕਰ ਰਿਹਾ ਹੈ ਅਤੇ ਇਹ ਕਿਹੜਾ ਹੈ, ਧਰੁਵ ਤਾਰਾ। ਇਸ ਤੋਂ ਸਾਨੂੰ ਕੀ ਪਤਾ ਲੱਗਦਾ ਹੈ ਕਿ ਇਹ ਸਪਤਰਿਸ਼ੀ ਤਾਰਾ ਮੰਡਲ ਜਾਂ ਉਰਸਾ ਮੇਜਰ ਜਿਹਨੂੰ ਕਿਹਾ ਜਾਂਦਾ ਹੈ, ਉਰਸਾ ਮੇਜਰ ਜਾਂ ਗ੍ਰੇਟ ਬੀਅਰ, ਬਿਗ ਡਿੱਪਰ, ਇਹ ਜਿਹੜੇ ਤਾਰਾ ਮੰਡਲ ਹੈ ਇਹ ਜਿਹੜੀ ਮਰਜ਼ੀ ਸਥਿਤੀ ਵਿੱਚ ਹੋਵੇ ਅਸਮਾਨ ਵਿੱਚ, ਇਹ ਹਮੇਸ਼ਾ ਇਸ ਦਾ ਅੱਗੇ ਵਾਲਾ ਤਾਰਾ ਜਿਹੜਾ ਹੈ ਫਸਟ ਤਾਰਾ ਉਹ ਹਮੇਸ਼ਾ ਧਰੁਵ ਤਾਰੇ ਵੱਲ ਹੀ ਪੁਆਇੰਟ ਕਰੇ ਅਤੇ ਉਹ ਧਰੁਵ ਤਾਰਾ ਸਾਨੂੰ ਪ੍ਰਤੀਤ ਹੁੰਦਾ ਹੈ ਕਿ ਉਹ ਬਿਲਕੁਲ ਵੀ ਹਿਲਦਾ ਨਹੀਂ ਹੈ, ਹਮੇਸ਼ਾ ਆਪਣੀ ਜਗ੍ਹਾ ਤੇ ਹੀ ਪ੍ਰਤੀਤ ਹੁੰਦਾ ਹੈ ਕਿ ਉੱਥੇ ਹੀ ਸਥਿਤ ਹੈ। ਦੇਖੋ ਕਿਸ ਤਰ੍ਹਾਂ, ਦੇਖੋ ਜਿਵੇਂ ਕਿ ਆ ਸਾਡੇ ਕੋਲ ਧਰਤੀ ਦਾ ਗਲੋਬ ਹੈ, ਧਰਤੀ ਜਿਹੜੀ ਹੈ ਇਸ ਧੁਰੇ ਦੇ ਦੁਆਲੇ ਇਸ ਤਰ੍ਹਾਂ ਘੁੰਮ ਰਹੀ ਹੈ, ਇਸ ਤਰ੍ਹਾਂ, ਔਰ ਦੇਖੋ ਜਿਹੜਾ ਧਰੁਵ ਤਾਰਾ ਹੈ ਉਹ ਧਰਤੀ ਦੇ ਇਸ ਧੁਰੇ ਦੇ ਬਿਲਕੁਲ ठीक ऊपर स्थित है, इस तरह। हुण देखो जदों असीं देखते हाँ तां
ਇੱਥੋਂ ਜੇ ਦੇਖਾਂਗੇ ਤਾਂ ਸਾਨੂੰ ਇੱਥੋਂ ਵੀ ਧਰੁਵ ਤਾਰਾ ਉਵੇਂ ਹੀ ਪ੍ਰਤੀਤ ਹੋਏਗਾ, ਇੱਥੋਂ ਦੇਖਾਂਗੇ ਤਾਂ ਵੀ ਇਸ ਤਰ੍ਹਾਂ ਪ੍ਰਤੀਤ ਹੋਏਗਾ। ਜਿਸ ਮਰਜ਼ੀ ਸਥਿਤੀ 'ਚੋਂ ਅਸੀਂ ਦੇਖ ਲਈਏ ਸਾਨੂੰ ਧਰੁਵ ਤਾਰਾ ਜਿਹੜਾ ਸੇਮ ਪ੍ਰਤੀਤ ਹੁੰਦਾ ਹੈ। ਇਸ ਤਰ੍ਹਾਂ ਇਹ ਧਰੁਵ ਤਾਰਾ ਸਾਨੂੰ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਇਹ ਇੱਕੋ ਹੀ ਥਾਂ ਤੇ ਸਥਿਤ ਹੈ। ਇਹ ਤਾਰਾ ਆਪਣੀ ਜਗ੍ਹਾ ਤੋਂ ਹਿਲਦਾ ਨਹੀਂ ਹੈ। ਜਿਵੇਂ ਕਿ ਅਸੀਂ ਭਾਰਤ ਵਿੱਚ ਰਹਿੰਦੇ ਹਾਂ, ਤੁਸੀਂ ਦੇਖ ਸਕਦੇ ਹੋ ਆ ਇੰਡੀਆ ਹੈ, ਭਾਰਤ ਹੈ। ਹੁਣ ਜਦੋਂ ਸਾਡੀ ਧਰਤੀ ਘੁੰਮਦੀ ਹੈ ਤਾਂ ਇੰਡੀਆ ਇੱਥੇ ਹੈ, ਇੰਡੀਆ ਵਾਲੇ ਲੋਕਾਂ ਨੂੰ ਧਰੁਵ ਤਾਰਾ ਇਸ ਤਰ੍ਹਾਂ ਦਿਖੇਗਾ, ਬਿਲਕੁਲ ਉਸੇ ਸਥਿਤੀ ਤੇ ਦਿਖੇਗਾ। ਜਦੋਂ ਇਹ ਘੁੰਮਦੀ ਹੈ ਤਾਂ ਫਿਰ ਇੱਥੋਂ ਦੇਖਾਂਗੇ ਤਾਂ ਵੀ ਧਰੁਵ ਤਾਰਾ ਜਿਹੜਾ ਉਵੇਂ ਹੀ ਦਿਖੇਗਾ, ਜੋ ਇੱਥੋਂ ਦੇਖਾਂਗੇ ਤਾਂ ਵੀ ਧਰੁਵ ਤਾਰਾ ਸੇਮ ਦਿਖੇਗਾ। ਇਸ ਤਰ੍ਹਾਂ ਸਾਨੂੰ ਲੱਗਦਾ ਹੈ ਕਿ ਇਹ ਤਾਰਾ ਜਿਹੜਾ ਹੈ ਉਹ ਆਪਣੀ ਜਗ੍ਹਾ ਤੇ ਸਥਿਤ ਹੈ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਇਹ ਧਰੁਵ ਤਾਰਾ ਜਿਹੜਾ ਉਹ ਧਰਤੀ ਦੇ ਬਿਲਕੁਲ ਧੁਰੇ ਦੇ ਉੱਪਰ ਸਥਿਤ ਹੈ। ਆ ਉੱਤਰੀ ਗੋਲਾਰਧ ਹੈ ਗਲੋਬ ਦਾ, ਆ ਦੱਖਣੀ ਗੋਲਾਰਧ ਹੈ। ਉੱਪਰੀ ਗੋਲਾਰਧ ਤੇ ਰਹਿਣ ਵਾਲੇ ਲੋਕ ਹੀ ਸਿਰਫ ਧਰੁਵ ਤਾਰੇ ਨੂੰ ਦੇਖ ਸਕਦੇ ਹਨ, ਦੱਖਣੀ ਗੋਲਾਰਧ ਵਾਲੇ ਲੋਕ ਇਸ ਨੂੰ ਨਹੀਂ ਦੇਖ ਸਕਦੇ। ਔਰ ਇਸੇ ਤਰ੍ਹਾਂ ਤਾਰਾ ਮੰਡਲ, ਜਿਹੜੇ ਤਾਰਾ ਮੰਡਲ ਇਸ ਉੱਤਰੀ ਗੋਲਾਰਧ ਦੇ ਉੱਪਰ ਹੋਣਗੇ ਉਹਨਾਂ ਨੂੰ ਹੀ ਆ ਲੋਕ ਦੇਖ ਸਕਣਗੇ। ਦੱਖਣੀ ਗੋਲਾਰਧ ਵਾਲੇ ਲੋਕ ਉਹਨਾਂ ਤਾਰਾ ਮੰਡਲਾਂ ਨੂੰ ਨਹੀਂ ਦੇਖ ਸਕਣਗੇ। ਹਾਂਜੀ ਬੱਚੇ, ਸਾਰਾ ਸਾਲ ਸਾਨੂੰ ਜਿਹੜੇ ਆ ਕਨਸਟੇਲੇਸ਼ਨ ਨਹੀਂ ਦਿਖਦੇ ਰਹਿੰਦੇ। ਕੋਈ ਕਨਸਟੇਲੇਸ਼ਨ ਸਾਨੂੰ ਕਿਸੇ ਸੀਜ਼ਨ 'ਚ ਦਿਖਦਾ, ਕੋਈ ਸਰਦੀਆਂ 'ਚ, ਕੋਈ ਗਰਮੀਆਂ 'ਚ, ਇਸ ਤਰ੍ਹਾਂ ਸਾਨੂੰ ਦਿਖਾਈ ਦਿੰਦੇ। ਜਿਵੇਂ ਉਰਸਾ ਮੇਜਰ ਜਿਹੜਾ ਉਹ ਮੇਨਲੀ ਗਰਮੀਆਂ 'ਚ ਦਿਖਾਈ ਦਿੰਦਾ ਹੈ। ਔਰ ਸਰਦੀਆਂ 'ਚ ਸਾਨੂੰ ਕਿਹੜਾ ਕਨਸਟੇਲੇਸ਼ਨ ਦਿਖਾਈ ਦਿੰਦਾ? ਮੁੱਖ ਤੌਰ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਸਾਨੂੰ ਅਸਮਾਨ 'ਚ ਦਿਖਾਈ ਦਿੰਦਾ ਹੈ, ਉਹ ਹੈ ਓਰੀਅਨ। ਦੇਖੋ ਇੱਥੇ ਵੀ ਅਸੀਂ ਦੇਖ ਸਕਦੇ ਹਾਂ ਸਾਨੂੰ ਕੋਈ ਸ਼ੇਪ ਬਣੀ ਹੋਈ ਦਿਖਾਈ ਦੇ ਰਹੀ ਹੋਵੇ, ਜਾਂ ਜਿਵੇਂ ਆ ਦੇਖੋ ਆ ਸ਼ੇਪ ਹੈ। ਇਸ ਤਰ੍ਹਾਂ ਅਸੀਂ ਵਿੱਚ ਕਾਲਪਨਿਕ ਰੇਖਾਵਾਂ ਡਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਆ ਸਟਾਰਸ ਦੇ ਵਿੱਚ। ਤਾਂ ਆ ਸ਼ੇਪ ਸਾਡੇ ਕੋਲ ਬਣੀ ਹੈ। ਦੇਖੋ ਇਹ ਜਿਹੜੀ ਸ਼ੇਪ ਬਣੀ ਹੈ ਇਹ ਹੈ ਓਰੀਅਨ ਕਨਸਟੇਲੇਸ਼ਨ। ਇਸ ਸ਼ੇਪ ਨੂੰ ਇੱਕ ਸ਼ਿਕਾਰੀ ਨਾਲ ਜੋੜਿਆ ਜਾਂਦਾ ਹੈ ਕਿ ਇੱਕ ਸ਼ਿਕਾਰੀ ਦੀ ਸ਼ੇਪ ਹੈ। ਆ ਜਿਹੜੇ ਤਿੰਨ ਸਟਾਰਸ ਹੈ ਉਹਦੀ ਸ਼ਿਕਾਰੀ ਦੀ ਬੈਲਟ ਦੇ ਸਟਾਰਸ ਹੈ, ਔਰ ਇਹ ਵਿਚਕਾਰਲਾ ਜਿਹੜਾ ਸਟਾਰ ਹੈ ਇਹ ਸ਼ਿਕਾਰੀ ਦੇ ਸਿਰ ਨੂੰ ਰਿਪਰੈਜ਼ੈਂਟ ਕਰ ਰਿਹਾ ਹੈ। ਇਹਦੀ ਸਭ ਤੋਂ ਵੱਡੀ ਸਪੈਸ਼ਲਿਟੀ ਕੀ ਹੈ ਕਿ ਜਿਹੜੇ ਇਹਦੇ ਤਿੰਨ ਸਟਾਰਸ ਹੈ, ਬੈਲਟ ਵਾਲੇ ਤਿੰਨ ਸਟਾਰਸ ਹੈ, ਉਹ ਜਿਹੜੇ ਆ ਰੇਖਾ ਹੈ ਇਸ ਨੂੰ ਅਸੀਂ ਜੇ ਅੱਗੇ ਦੀ ਅੱਗੇ ਦੇਖੀਏ ਤਾਂ ਇਹ ਰੇਖਾ ਜਿਹੜੀ ਹੈ ਕਿੱਧਰ ਪੁਆਇੰਟ ਕਰੇਗੀ? ਆ ਦੇਖੋ ਇਹ ਰੇਖਾ ਕਿੱਧਰ ਜਾ ਰਹੀ ਹੈ? ਇਹ ਹੈ ਸਾਡੇ ਪੁਲਾੜ ਦਾ ਬ੍ਰਾਈਟੈਸਟ ਸਟਾਰ ਸੀਰੀਅਸ। ਸੀਰੀਅਸ ਸਟਾਰ ਵਾਲੇ अंकित करेगी ਜਿਹੜੀ ਇਸ ਬੈਲਟ ਦੇ ਸਟਾਰਸ ਦੀ ਰੇਖਾ ਹੈ। ਤਾਂ ਆਪਾਂ ਦੇਖਿਆ ਕਿ ਇਹ ਓਰੀਅਨ ਕਨਸਟੇਲੇਸ਼ਨ ਹੈ ਔਰ ਇਸ ਵਿੱਚ ਇਸ ਤਰ੍ਹਾਂ 8 ਤਾਰੇ ਹਨ। ਵਿਚਕਾਰ ਜਿਹੜੀ ਹੈ ਬੈਲਟ ਹੈ ਸ਼ਿਕਾਰੀ ਦੀ, ਔਰ ਇਹ ਬੈਲਟ ਦੇ ਤਿੰਨ ਜਿਹੜੇ ਤਾਰੇ ਹਨ ਉਹ ਕਿਸ ਵੱਲ ਪੁਆਇੰਟ ਕਰ ਰਹੇ ਹਨ? ਬ੍ਰਾਈਟੈਸਟ ਸਟਾਰ ਸੀਰੀਅਸ ਵੱਲ। और ਇਹ ਸਰਦੀਆਂ ਦੇ ਮੌਸਮ ਵਿੱਚ ਸਾਨੂੰ ਦਿਖਾਈ ਦਿੰਦਾ ਹੈ। ਹੁਣ ਨੈਕਸਟ ਇੱਕ ਹੋਰ ਸਰਦੀਆਂ ਦੇ ਮੌਸਮ 'ਚ ਜਿਹੜਾ ਸਾਨੂੰ ਦਿਖਾਈ ਦਿੰਦਾ ਹੈ ਉਹ ਹੈ ਕੈਸੀਓਪੀਆ। ਇਸ ਦੀ ਆਕ੍ਰਿਤੀ ਅੰਗਰੇਜ਼ੀ ਦੇ ਅਕਸ਼ਰ W ਵਰਗੀ ਹੈ ਜਾਂ ਉਲਟੇ M ਵਰਗੀ ਹੈ। ਇਹ ਵੀ ਅਸੀਂ ਇੱਥੇ ਲੱਭਣ ਦੀ ਕੋਸ਼ਿਸ਼ ਕਰਦੇ ਹਾਂ। ਦੇਖੋ ਆ ਦੇਖੋ ਜਿਵੇਂ ਇਸ ਤਰ੍ਹਾਂ ਇਹ ਆਕ੍ਰਿਤੀ ਹੈ ਕੈਸੀਓਪੀਆ ਕਨਸਟੇਲੇਸ਼ਨ ਦੀ ਤਾਰਾ ਮੰਡਲ। ਠੀਕ ਹੈ, ਇਹ ਵੀ ਸਾਨੂੰ ਸਰਦੀਆਂ ਵਿੱਚ ਦਿਖਾਈ ਦਿੰਦਾ ਹੈ ਔਰ ਇਹ ਅੰਗਰੇਜ਼ੀ ਦੇ ਅਕਸ਼ਰ W ਜਾਂ ਉਲਟੇ M ਵਾਂਗ ਦਿਖਦਾ ਹੈ। ਜਿਵੇਂ ਕਿ ਇਹ ਸੂਰਜ ਹੈ ਔਰ ਇਸ ਦੇ ਆਲੇ ਦੁਆਲੇ ਜਿਹੜੀ ਧਰਤੀ ਚੱਕਰ ਲਗਾ ਰਹੀ ਹੈ। ਹੁਣ ਤੁਸੀਂ ਇੱਕ ਗੱਲ ਨੋਟ ਕਰਨਾ, ਜਦੋਂ ਇਹ ਧਰਤੀ ਇਸ ਦੇ ਆਲੇ ਦੁਆਲੇ ਚੱਕਰ ਲਗਾਏਗੀ ਦੇਖਣਾ देखो, फिर देखो
हाँ जी, की नोट किया, की नोट किया तुसी? देखो जदों धरती इस इत्थों लंघी सी सूरज दे आले दुआले तां धरती सूरज दे नेड़े सी, पर इधर आ दूरी ज्यादा है। ये दूरी क्यों ज्यादा है? देखो जेड़ा साडा अर्थ दा ऑर्बिट है, पथ है, जिस पथ ते सूरज दे आले दुआले चक्कर लगांदी है वो एलिप्टिकल है, ओवल शेप दा है, गोल नहीं है। ते इस ओवल शेप होने करके कदी धरती जिहड़ी है सूरज दे नेड़े हुंदी है और कदी जिहड़ी है वो दूर हुंदी है। इस विच ते सूरज विच जिहड़ी दूरी है वो लगातार चेंज हुंदी रहिंदी है। हुण देखो आ उत्तरी गोलार्ध है, जदों ये उत्तरी गोलार्ध इस जगह ते सी तां सूरज दे नेड़े सी, जिस कारण इत्थे की हुंदी है गर्मी। और जिहड़े उत्तरी गोलार्ध वाले लोग हैं ओहो इस तारा मंडल गर्मियां विच देख सकते हैं। और जदों ये धरती इधर हुंदी है तां सर्दियां हुंदियां हन, सूरज तो दूरी वध जांदी है, सर्दियां हुंदियां हन। और ये सर्दियां विच सानू ओरियन कॉन्स्टलेशन इधर वाली साइड वाला दिखाई देगा, इधर वाले आसमान वाला दिखाई देगा, क्योंकि असी साडी धरती जिहड़ी है झुकी हुई है, टिल्टेड है, उसका धूरा जिहड़ा है सीधा नहीं है, उसका धूरा जिहड़ा है वो इस डायरेक्शन विच है, टिल्टेड है, जिस कारण उत्तरी गोलार्ध वाले लोगों को इस तरफ वाले जिहड़े तारा मंडल हैं वो दिखाई देंदे हैं। इस करके सर्दियों विच ओरियन तारा मंडल दिखाई दिंदा है। ये उत्तरी गोलार्ध वाले जिहड़े लोग हैं इस तरह वाले इस पासे वाले तारा मंडल देख सकते हैं, सर्दियों विच देख सकते हैं। अते जदों धरती इस तरह मूव करती है अते सूरज दे दुआले इत्थे पहुंच जाती है तां उत्तरी गोलार्ध वाले जिहड़े लोग हैं ओहो इस साइड वाले जिहड़े तारा मंडल हैं गर्मियां विच देख सकते हैं। इस तरह मौसम बदलन दे नाल तारा मंडल की शक्ल भी सानू बदली हुई नजर आती है, जिवें कि गर्मियां विच सानू सप्तऋषि नजर आता है अते सर्दियां विच सानू ओरियन नजर आता है। हुण असी ओरियन कॉन्स्टलेशन की डायग्राम करांगे। देखो किस तरह बनाना है। इस तरह आ है शिकारी का सिर, आ दोवें उसदे मोढे हैं, इत्थे आएगी बेल्ट, ये है शिकारी दी बेल्ट। और इस तरह दो स्टार्स अपन नीचे लगाने हैं। इस तरह साडे कोल इस तरह दो स्टार्स नीचे लगाने हैं और लाइन ज्वाइन कर देंगे। इस तरह साडे कोल ओरियन दी डायग्राम बन जाती है। देखो जेड़ी इनदी बेल्ट है, जे असी इसनू अगे बढ़ावांगे तां यह सब तो ब्राइट स्टार जिहड़ा है ब्राइटेस्ट स्टार सीरियस वाल पॉइंट करेगी। ब्राइटेस्ट स्टार है सीरियस। इस तरह से डायग्राम बना लांगे ओरियन दी। ये डायग्राम बहुत इंपॉर्टेंट है बच्चे, तुसी वार-वार इन्हू बना के रिवाइज करना है। हुण तुसी मैनू इस चैप्टर के प्रश्नों के उत्तर दसो। सब तो पहला मैनू दसो ओरियन विच किन्ने तारे हुंदे हन? हाँ जी 8। उर्सा मेजर विच किन्ने तारे हुंदे हन? 7। उर्सा मेजर दे होर केड़े-केड़े नाम हन? हाँ जी उर्सा मेजर दे होर केड़े-केड़े नाम हन? ग्रेट बियर, बिग डिपर और सप्तऋषि।
ਉਰਸਾ ਮੇਜਰ ਕਨਸਟੇਲੇਸ਼ਨ ਕਿਹੜੇ ਮੌਸਮ 'ਚ ਦਿਖਦਾ ਹੈ? ਹਾਂਜੀ, ਉਰਸਾ ਮੇਜਰ ਕਨਸਟੇਲੇਸ਼ਨ ਸਾਨੂੰ ਗਰਮੀਆਂ ਵਿੱਚ ਦਿਖਾਈ ਦਿੰਦਾ ਹੈ ਜਦੋਂ ਕਿ ਸੂਰਜ ਛਿਪਦਾ ਹੈ ਔਰ ਰਾਤ ਹੋਣੀ ਸ਼ੁਰੂ ਹੋ ਜਾਂਦੀ ਹੈ। ओरियन सानू केड़े मौसम च दिखदा है? बिल्कुल सही, सर्दियां विच। ओरियन विच बेल्ट दे तारे किस तरफ पॉइंट करते हैं? हाँ जी, सीरियस वल, ब्राइटेस्ट स्टार सीरियस वल। देन पोल स्टार केड़े कॉन्स्टेलेशन द्वारा सानू पता लगता है? हाँ जी, पोल स्टार उर्सा मेजर राही पता लगता है। पोल स्टार दी स्थिति बदलती क्यों नहीं है? हाँ जी, पोल स्टार की स्थिति इसलिए नहीं बदलती क्योंकि वो साडी धरती दे घूमन वाले धुरे दे बिल्कुल ऊपर स्थित है। नैक्सट है वक्रे वक्रे कॉन्स्टेलेशन सानू वक्रे वक्रे मौसम च क्यों दिखाई देंदे हन? क्योंकि साडी धरती जिहड़ी है वो सन दे अराउंड इलिप्टिकल ऑर्बिट विच रिवॉल्व कर रही है। इस दे नाल ही साडा चैप्टर कंप्लीट हुंदा है और लैक्चर सुनने लई बहुत बहुत धन्यवाद।